ਪਿਆਰੇ ਵਿਦਿਆਰਥੀਓ, ਮੇਰੇ YouTube ਚੈਨਲ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਇਸ ਵੀਡੀਓ ਦਾ ਟੌਪਿਕ ਹੈ ਚਟਾਨਾਂ ਅਤੇ ਚਟਾਨਾਂ ਦੀਆਂ ਕਿਸਮਾਂ। ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਤੋਂ ਭਰਪੂਰ ਲਾਭ ਉਠਾਓਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ मैं रिक्वेस्ट करता कि मेरा YouTube चैनल ज़रूर सब्सक्राइब करो ताकि मेरे द्वारा बनाए गए ज़रूरी वीडियोज़ तुहानूं आसानी नाल मिल सकन। तो बच्चिओ, असीं इस वीडियो द्वारा अज चट्टानां ते चट्टानां दीयां किस्मां बारे जानकारी प्राप्त करांगे। तो सब तो पहला बच्चिओ प्रश्न ये पैदा होंदा है कि चट्टानां की हुंदियां हन। वट आर रॉक्स? बच्चों, वो सारे पदार्थ जिस नाल धरती की चापड़ बनी है उन्होंने चट्टान कहा जाता है। धरती की परत कई किस्मां दीयां चट्टानां अते खनिज पदार्थां तो बनी है। बच्चों, निर्माण के आधार ते चट्टानां तीन तरह दीयां हुंदियां हन। अग्नि चट्टानां यानी इग्नियस रॉक्स, तहदार चट्टानां सैडिमेंटरी रॉक्स, रूपांतरित चट्टानां मैटामॉर्फिक रॉक्स। असी आउण वाली स्लाइड्स दे विच इन्हां तिन्नां तरह दीयां चट्टानां बारे चर्चा करांगे। सब तो पहला असी चर्चा करांगे अग्नि चट्टानां बारे। अग्नि चट्टानां यानी इग्नियस रॉक्स। बच्चों, अग्नि शब्द लातीनी भाषा के शब्द इग्निस तो लिया गया है, जिसका अर्थ हुंदा है अग। अग्नि चट्टानां का निर्माण पृथ्वी के अंदरूनी भाग दे विच मिलदे अत्यंत गर्म अते पिघले हुए तरल लावे यानी मैगमा उसते ठंडे होके ठोस होण नाल हुंदा है। बच्चों, इस वेले स्क्रीन ते मैगमा यानी लावा दिखाया जा रहा है, जो कि धरती दी गहराइयां दे विचों निकलदा है। ये बहुत गर्म हुंदा है। इस नाल ही अग्नि चट्टानां दा जन्म हुंदा है। ਜਦੋਂ ਇਹ ਠੰਡਾ ਹੁੰਦਾ ਹੈ, ਠੰਡਾ ਹੋ ਕੇ ਠੋਸ ਰੂਪ ਧਾਰਨ ਕਰ ਲੈਂਦਾ ਹੈ। ਇਸ ਤੋਂ ਬਾਅਦ ਅਗਨੀ ਚਟਾਨਾਂ ਬਣਦੀਆਂ ਹਨ। ਅਗਨੀ ਚਟਾਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਅੰਤਰਵੇਦੀ ਅਗਨੀ ਚਟਾਨਾਂ ਅਤੇ ਬਾਹਰਵੇਦੀ ਅਗਨੀ ਚਟਾਨਾਂ ਯਾਨੀ ਇੰਟਰੂਸਿਵ ਇਗਨੀਅਸ ਰੌਕਸ ਅਤੇ ਐਕਸਟਰੂਸਿਵ ਇਗਨੀਅਸ ਰੌਕਸ। ਹੁਣ ਅਸੀਂ ਇਹਨਾਂ ਦੋਹਾਂ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਕਰਾਂਗੇ ਅੰਤਰਵੇਦੀ ਅਗਨੀ ਚਟਾਨਾਂ ਬਾਰੇ ਚਰਚਾ। अंतरवेदी अग्नि चट्टानां, जदों ये गर्म तरल पदार्थ धरती की सतह उत्ते आ जाता है तो इसनूं लावा आखदे हन। मैगमा दे धरती के अंदर ही हौले हौले ठंडा होके बनन वाली चट्टानां नूं अंतरवेदी अग्नि चट्टानां कहा जाता है। यानी ये मैगमा जदों अंदर ही ठंडा होके सख्त रूप धारण कर लैंदा है तो इस नाल जिहड़ी चट्टानां बनदियां हन उन्हां नूं अंतरवेदी अग्नि चट्टानां कहा जाता है। ਹੁਣ ਬੱਚਿਓ, ਅੰਤਰਵੇਦੀ ਚਟਾਨਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਪਤਾਲੀ ਅਗਨੀ ਚਟਾਨਾਂ ਅਤੇ ਮੱਧਵਰਤੀ ਅਗਨੀ ਚਟਾਨਾਂ। ਪਤਾਲੀ ਅਗਨੀ ਚਟਾਨਾਂ ਇਹ ਕੀ ਹੁੰਦੀਆਂ ਹਨ ਬੱਚਿਓ? ਜਦੋਂ ਪ੍ਰਿਥਵੀ ਦਾ ਗਰਮ ਮੈਗਮਾ ਪ੍ਰਿਥਵੀ ਦੇ ਅੰਦਰ ਬਹੁਤ ਡੂੰਘਾਈ ਤੇ ਹੌਲੇ ਹੌਲੇ ਠੰਡਾ ਹੋ ਕੇ ਸਖਤ ਰੂਪ ਧਾਰਨ ਕਰ ਲੈਂਦਾ ਹੈ ਤਾਂ ਪਤਾਲੀ ਅਗਨੀ ਚਟਾਨਾਂ ਦਾ ਨਿਰਮਾਣ ਹੁੰਦਾ ਹੈ। ਜਿਸ ਤਰ੍ਹਾਂ ਕਿ ਗ੍ਰੇਨਾਈਟ ਅਤੇ ਗੈਬਰੋ ਇਹ ਪ੍ਰਸਿੱਧ ਪਤਾਲੀ ਅਗਨੀ ਚਟਾਨਾਂ ਹੁੰਦੀਆਂ ਹਨ। ਇਸੇ ਤਰ੍ਹਾਂ ਭਾਰਤ ਦੇ ਝਾਰਖੰਡ ਰਾਜ ਦੇ ਵਿੱਚ ਸਿੰਘ ਭੂਮ ਨਾਮ ਦੀ ਥਾਂ ਤੇ ਗ੍ਰੇਨਾਈਟ ਚਟਾਨਾਂ ਮਿਲਦੀਆਂ ਹਨ, ਜੋ ਕਿ ਦੁਨੀਆ ਭਰ ਵਿੱਚ ਪ੍ਰਸਿੱਧ ਹਨ। ਹੁਣ ਅਸੀਂ ਬੱਚਿਓ ਗੱਲ ਕਰਾਂਗੇ ਮੱਧਵਰਤੀ ਅਗਨੀ ਚਟਾਨਾਂ ਬਾਰੇ। ਕਦੇ-ਕਦੇ ਕੀ ਹੁੰਦਾ ਹੈ, ਪ੍ਰਿਥਵੀ ਦੇ ਅੰਦਰਲਾ ਮੈਗਮਾ ਪੂਸ ਤਹਿ ਤੇ ਨਾ ਆ ਕੇ ਸਗੋਂ ਅੰਦਰ ਹੀ ਧਰਤੀ ਦੀਆਂ ਤਰੇੜਾਂ ਦੇ ਵਿੱਚ ਠੰਡਾ ਹੋ ਕੇ ਜੰਮ ਜਾਂਦਾ ਹੈ। इस तरह बणिया चट्टानां मध्यवर्ती अग्नि चट्टानां अखवाउंदियां हन। यानी ये बाहर आउण तो पहलां ही अंदर त्रेड़ां दे विच ठंडा हो जाता है तो इस नाल अग्नि चट्टानां दा जन्म हुंदा है। उन्हां नूं मध्यवर्ती अग्नि चट्टान कहा जाता है, जिवें कि डाइक, सिल, डोलोराइट ये इस दे उदाहरण हन। हुण बच्चों गल करांगे बाहरवेदी अग्नि चट्टानां बारे। जदों धरती अंदरला मैगमा बहुत ज़्यादा हो जाता है तो धरती की पोली सतह तो बाहर वल
ਜ਼ੋਰ ਨਾਲ ਨਿਕਲਦਾ ਹੈ। ਇਹ ਮੈਗਮਾ ਬਾਹਰ ਧਰਤੀ ਦੀ ਸਤਹ ਤੇ ਠੰਡਾ ਹੋ ਜਾਂਦਾ ਹੈ। ਇਸ ਤਰ੍ਹਾਂ ਬਣਨ ਵਾਲੀਆਂ ਚਟਾਨਾਂ ਨੂੰ ਬਾਹਰਵੇਦੀ ਅਗਨੀ ਚਟਾਨਾਂ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਬੇਸਾਲਟ ਅਤੇ ਰਾਊਲਾਈਟ ਇਹ ਪ੍ਰਸਿੱਧ ਅਗਨੀ ਚਟਾਨਾਂ ਹਨ। ਭਾਰਤ ਦਾ ਦੱਖਣੀ ਪਠਾਰ ਅਗਨੀ ਚਟਾਨ ਇਸ ਤਰ੍ਹਾਂ ਦੀ ਅਗਨੀ ਚਟਾਨਾਂ ਤੋਂ ਹੀ ਬਣਿਆ ਹੈ। ਹੁਣ ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਜਿਹੜੀਆਂ ਅੰਤਰਵੇਦੀ ਅਗਨੀ ਚਟਾਨਾਂ ਹਨ ਉਹ ਧਰਤੀ ਦੇ ਅੰਦਰ ਬਣਦੀਆਂ ਹਨ ਜਾਂ ਤਰੇੜਾਂ ਦੇ ਵਿੱਚ ਬਣਦੀ ਹੈ, ਤੇ ਬਾਹਰਵੇਦੀ ਅਗਨੀ ਚਟਾਨਾਂ ਧਰਤੀ ਦੀ ਸਤਹ ਉੱਤੇ ਬਣਦੀਆਂ ਹਨ, ਜੋ ਕਿ ਜਲਦੀ ਠੰਡੀ ਹੋ ਕੇ ਬਣ ਜਾਂਦੀਆਂ ਹਨ। ਇਸ ਵੇਲੇ ਸਕਰੀਨ ਤੇ ਭਾਰਤ ਦੇ ਦੱਖਣੀ ਪਠਾਰ ਬਾਰੇ ਦਿਖਾਇਆ ਗਿਆ ਹੈ, ਜਿਸ ਦਾ ਨਿਰਮਾਣ ਇਹਨਾਂ ਅਗਨੀ ਚਟਾਨਾਂ ਦੁਆਰਾ ਹੀ ਹੋਇਆ ਸੀ। ਹੁਣ ਬੱਚਿਓ ਅਸੀਂ ਗੱਲ ਕਰਾਂਗੇ ਅਗਨੀ ਚਟਾਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ। ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ ਕਿ ਸਾਰੀਆਂ ਅਗਨੀ ਚਟਾਨਾਂ ਰਵੇਦਾਰ ਹੁੰਦੀਆਂ ਹਨ। ਇਹਨਾਂ ਦੇ ਵਿੱਚ ਕੋਈ ਪਰਤ ਨਹੀਂ ਹੁੰਦੀ, ਕੋਈ ਤਹਿ ਨਹੀਂ ਹੁੰਦੀ। ਅਗਨੀ ਚਟਾਨਾਂ ਨੂੰ ਬੱਚਿਓ ਪ੍ਰਾਥਮਿਕ ਚਟਾਨਾਂ ਕਿਹਾ ਜਾਂਦਾ ਹੈ। ਮੁੱਢਲੀ ਚਟਾਨਾਂ ਮੂਲ ਚਟਾਨਾਂ ਕਿਹਾ ਜਾਂਦਾ ਹੈ, ਕਿਉਂਕਿ ਪ੍ਰਿਥਵੀ ਉੱਪਰ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਨਿਰਮਾਣ ਹੋਇਆ ਸੀ। ਜਦੋਂ ਪ੍ਰਿਥਵੀ ਬਹੁਤ ਗਰਮ ਸੀ ਤਾਂ ਸਭ ਤੋਂ ਪਹਿਲਾਂ ਅਗਨੀ ਚਟਾਨਾਂ ਦਾ ਜਨਮ ਹੋਇਆ ਸੀ। ਇਹਨਾਂ ਦੇ ਵਿੱਚ ਬੱਚਿਓ ਜੀਵ ਜੰਤੂਆਂ ਅਤੇ ਬਨਸਪਤੀ ਦੇ ਅਵਸ਼ੇਸ਼ ਨਹੀਂ ਪਾਏ ਜਾਂਦੇ। ਚੌਥੀ ਵਿਸ਼ੇਸ਼ਤਾ ਇਸ ਦੀ ਹੈ ਕਿ ਇਹ ਪ੍ਰਿਥਵੀ ਦੀ ਬਾਹਰਲੀ ਪਰਤ ਦਾ ਲਗਭਗ 2/3 ਹਿੱਸਾ ਬਣਾਉਂਦੀਆਂ ਹਨ। ਇਸ ਵੇਲੇ ਸਕਰੀਨ ਤੇ ਬੱਚਿਓ ਕੁਝ ਅਗਨੀ ਚਟਾਨਾਂ ਦਿਖਾਈਆਂ ਗਈਆਂ ਹਨ, ਜਿਸ ਤਰ੍ਹਾਂ ਕਿ ਗ੍ਰੇਨਾਈਟ, ਗੈਬਰੋ, ਬੈਸਾਲਟ, ਡਾਇਓਰਾਈਟ, ਐਂਡੇਸਾਈਟ। ਇਹ ਸਾਰੀਆਂ ਅਗਨੀ ਚਟਾਨਾਂ ਦੇ ਉਦਾਹਰਨ ਹਨ। ਹੁਣ ਬੱਚਿਓ ਅਗਨੀ ਚਟਾਨ ਤੋਂ ਬਾਅਦ ਅਸੀਂ ਗੱਲ ਕਰਾਂਗੇ ਤਹਿਦਾਰ ਜਾਂ ਤਲਛੱਟੀ ਚਟਾਨਾਂ ਬਾਰੇ। ਇਹ ਚਟਾਨਾਂ ਅਨੁਛੇਦਨ ਦੇ ਕਾਰਕ ਜਿਵੇਂ ਕਿ ਵਹਿੰਦਾ ਪਾਣੀ, ਹਵਾ, ਹਿਮ ਨਦੀ, ਇਹਨਾਂ ਦੁਆਰਾ ਲਿਆਂਦੀ ਗਈ ਸਮੱਗਰੀ ਦੇ ਨੀਵੀਆਂ ਥਾਵਾਂ ਉੱਤੇ ਪਰਤਾਂ ਦੇ ਰੂਪ ਵਿੱਚ ਜਮ੍ਹਾਂ ਹੋਣ ਨਾਲ ਬਣਦੀਆਂ ਹਨ। ਇਹ ਜਮਾਓ ਆਮ ਕਰਕੇ ਬੱਚਿਓ ਨੀਵੀਆਂ ਥਾਵਾਂ ਜਿਵੇਂ ਕਿ ਝੀਲਾਂ, ਨਦੀਆਂ, ਮਹਾਦੀਪਾਂ ਦੇ ਨਾਲ ਲੱਗਦੇ ਸਮੁੰਦਰਾਂ ਆਦਿ ਦੀ ਸਤਹ ਤੇ ਹੁੰਦਾ ਹੈ। ਜਮਾਓ ਦੀ ਇਹ ਕਿਰਿਆ ਲੱਖਾਂ ਸਾਲ ਚੱਲਦੀ ਰਹਿੰਦੀ ਹੈ, ਜਿਸ ਨਾਲ ਇਹ ਚਟਾਨੀ ਮਾਦਾ ਪਰਤ ਦਰ ਪਰਤ ਜਮ੍ਹਾਂ ਹੁੰਦਾ ਜਾਂਦਾ ਹੈ। ਇੱਕ ਪਰਤ ਉੱਤੇ ਦੂਜੀ, ਦੂਜੀ ਉੱਤੇ ਤੀਜੀ, ਤੀਜੀ ਉੱਤੇ ਚੌਥੀ। ਇਹ ਅਤਿਅੰਤ ਦਬਾਅ ਦੇ ਕਾਰਨ ਕਠੋਰ ਹੋ ਜਾਂਦਾ ਹੈ, ਤਾਂ ਜਿਸ ਨਾਲ ਤਹਿਦਰ ਚਟਾਨ ਜਨਮ ਹੁੰਦਾ ਹੈ, ਜਿਵੇਂ ਕਿ ਭਾਰਤ ਵਿੱਚ ਗੰਗਾ ਅਤੇ ਸਤਲੁਜ ਦਾ ਮੈਦਾਨ। ਬੱਚਿਓ ਇਸ ਵੇਲੇ ਸਕਰੀਨ ਉੱਤੇ ਤਹਿਦਾਰ ਜਾਂ ਤਲਛੱਟੀ ਚਟਾਨਾਂ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਦਿਖਾਇਆ ਗਿਆ ਹੈ। ਇਸ ਵੇਲੇ ਸਕਰੀਨ ਤੇ ਤਹਿਦਾਰ ਚਟਾਨਾਂ ਦੇ ਕੁਝ ਉਦਾਹਰਨ ਦਿਖਾਏ ਗਏ ਹਨ, ਜਿਸ ਤਰ੍ਹਾਂ ਕਿ ਸੈਂਡਸਟੋਨ, ਚੂਨੇ ਦਾ ਪੱਥਰ, ਲਾਈਮਸਟੋਨ, ਜਿਪਸਮ, ਰੌਕ ਸਾਲਟ, ਕੋਲ, ਮਡਸਟੋਨ। ਇਹ ਕੁਝ ਤਲਛੱਟੀ ਚਟਾਨਾਂ ਦੇ ਉਦਾਹਰਨ ਹਨ। ਹੁਣ ਬੱਚਿਓ ਅਸੀਂ ਗੱਲ ਕਰਾਂਗੇ ਚਟਾਨਾਂ ਦੀ ਤੀਜੀ ਕਿਸਮ ਯਾਨੀ ਰੂਪਾਂਤਰਿਤ ਚਟਾਨਾਂ। ਇਹਨਾਂ ਨੂੰ ਮੈਟਾਮੋਰਫਿਕ ਚਟਾਨਾਂ ਵੀ ਕਿਹਾ ਜਾਂਦਾ ਹੈ। ਬੱਚਿਓ ਮੈਟਾਮੋਰਫਿਕ ਸ਼ਬਦ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਮੈਟਾ ਅਤੇ ਮਾਰਫ। ਮੈਟਾ ਦਾ ਅਰਥ ਹੁੰਦਾ ਹੈ ਬਦਲਾਵ ਅਤੇ ਮਾਰਫ ਦਾ ਮਤਲਬ ਹੁੰਦਾ ਹੈ ਰੂਪ। ਯਾਨੀ ਜਦੋਂ ਚਟਾਨਾਂ ਦੇ ਰੂਪ ਦੇ ਵਿੱਚ ਬਦਲਾਵ ਆ ਜਾਂਦਾ ਹੈ ਤਾਂ ਇਸ ਨਾਲ ਰੂਪਾਂਤਰਿਤ ਚਟਾਨਾਂ ਦਾ ਜਨਮ ਹੁੰਦਾ ਹੈ। ਬੱਚਿਓ ਰੂਪਾਂਤਰਿਤ ਜਾਂ ਮੈਟਾਮੋਰਫਿਕ ਚਟਾਨਾਂ ਇਹ ਉਹ ਚਟਾਨਾਂ ਹੁੰਦੀਆਂ ਹਨ ਜੋ ਆਪਣੇ ਅਸਲ ਰੂਪ ਤੋਂ ਬਦਲ ਚੁੱਕੀਆਂ ਹੁੰਦੀਆਂ ਹਨ। ਇਹ ਕਿਉਂ ਹੁੰਦਾ ਹੈ, ਕਿਸ ਤਰ੍ਹਾਂ ਹੁੰਦਾ ਹੈ? ਬੱਚਿਓ ਧਰਤੀ ਵਿੱਚ ਪਾਏ ਜਾਣ ਵਾਲੇ ਤਾਪ ਅਤੇ ਦਬਾਅ ਜਾਂ ਦੋਨਾਂ ਦੇ ਸੰਯੁਕਤ ਪ੍ਰਭਾਵ ਦੇ ਕਾਰਨ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਰੰਗ, ਰੂਪ, ਸੰਰਚਨਾ, ਕਠੋਰਤਾ ਇਹਨਾਂ ਦੇ ਵਿੱਚ ਬਦਲਾਵ ਆ ਜਾਂਦਾ ਹੈ। ਇਹਨਾਂ ਪਰਿਵਰਤਨਾਂ ਦੇ ਕਾਰਨ ਮੂਲ ਰੂਪ ਤੋਂ ਬਦਲੀਆਂ ਹੋਈਆਂ ਇਹਨਾਂ ਚਟਾਨਾਂ ਨੂੰ ਰੂਪਾਂਤਰੀ ਚਟਾਨ ਕਿਹਾ ਜਾਂਦਾ ਹੈ। ਯਾਨੀ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਜਦੋਂ ਰੰਗ, ਰੂਪ, ਸੰਰਚਨਾ, ਕਠੋਰਤਾ ਬਦਲ ਜਾਣ ਤਾਂ ਇਸ ਨਾਲ ਰੂਪਾਂਤਰੀ ਚਟਾਨਾਂ ਦਾ ਜਨਮ ਹੁੰਦਾ ਹੈ। ਤੇ ਇਹਨਾਂ ਨੂੰ ਇਸ ਰੂਪ ਦੇ ਵਿੱਚ ਲਿਆਉਣ ਦਾ ਮੁੱਖ ਜੋ ਯੋਗਦਾਨ ਹੈ ਉਹ ਤਾਪ ਅਤੇ ਦਬਾਅ, ਧਰਤੀ ਦੇ ਅੰਦਰ ਜੋ ਤਾਪ ਹੈ ਜਾਂ ਦਬਾਅ ਹੈ, ਪ੍ਰੈਸ਼ਰ ਹੈ ਅਤੇ ਟੈਂਪਰੇਚਰ ਹੈ,
ਉਸ ਨਾਲ ਇਹਨਾਂ ਦਾ ਜਨਮ ਹੁੰਦਾ ਹੈ। ਇਹ ਜਿਹੜਾ ਰੂਪਾਂਤਰਨ ਹੈ ਯਾਨੀ ਬਦਲਾਵ ਹੈ ਬੱਚਿਓ, ਦੋ ਤਰ੍ਹਾਂ ਦਾ ਹੁੰਦਾ ਹੈ, ਤਾਪੀ ਰੂਪਾਂਤਰਨ ਅਤੇ ਖੇਤਰੀ ਰੂਪਾਂਤਰਨ। ਤਾਪੀ ਰੂਪਾਂਤਰਨ ਜਦੋਂ ਮੈਗਮਾ ਦਰਾਰਾਂ ਅਤੇ ਨਾਲੀਆਂ ਆਦਿ ਵਿੱਚ ਵਹਿੰਦਾ ਹੋਇਆ ਚਟਾਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਆਪਣੇ ਉੱਚੇ ਤਾਪਮਾਨ ਦੇ ਕਾਰਨ ਉਹਨਾਂ ਨੂੰ ਪਕਾ ਦਿੰਦਾ ਹੈ। ਇਸ ਨਾਲ ਤਾਪੀ ਰੂਪਾਂਤਰਿਤ ਚਟਾਨਾਂ ਦਾ ਜਨਮ ਹੁੰਦਾ ਹੈ। ਇਸ ਪ੍ਰਕਿਰਿਆ ਨੂੰ ਤਾਪੀ ਰੂਪਾਂਤਰਨ ਕਿਹਾ ਜਾਂਦਾ ਹੈ। ਤੇ ਜੇ ਅਸੀਂ ਗੱਲ ਕਰੀਏ ਖੇਤਰੀ ਰੂਪਾਂਤਰਨ ਬਾਰੇ ਤਾਂ ਕਿਸੇ ਵੱਡੇ ਖੇਤਰ ਦੇ ਵਿੱਚ ਉੱਪਰੀ ਚਟਾਨਾਂ ਦੇ ਅਤਿਅੰਤ ਦਬਾਅ ਦੇ ਕਾਰਨ ਚਟਾਨਾਂ ਦੇ ਮੂਲ ਰੂਪ ਦੇ ਵਿੱਚ ਜੋ ਬਦਲਾਅ ਹੁੰਦਾ ਹੈ ਉਸ ਨੂੰ ਖੇਤਰੀ ਰੂਪਾਂਤਰਨ ਕਿਹਾ ਜਾਂਦਾ ਹੈ। ਹੁਣ ਬੱਚਿਓ ਅਸੀਂ ਗੱਲ ਕਰਾਂਗੇ ਰੂਪਾਂਤਰੀ ਚਟਾਨਾਂ ਦੀ ਵਿਸ਼ੇਸ਼ਤਾਵਾਂ ਬਾਰੇ। ਇਸ ਤਰ੍ਹਾਂ ਦੀਆਂ ਚਟਾਨਾਂ ਦੇ ਵਿੱਚ ਮੂਲ ਚਟਾਨਾਂ ਦੇ ਕੁਝ ਗੁਣ ਜ਼ਰੂਰ ਹੁੰਦੇ ਹਨ, ਯਾਨੀ ਜਿਹੜੀ ਚਟਾਨਾਂ ਤੋਂ ਇਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਚਟਾਨਾਂ ਦੇ ਗੁਣ ਇਹਨਾਂ ਦੇ ਵਿੱਚ ਆ ਜਾਂਦੇ ਹਨ। ਜਿਸ ਤਰ੍ਹਾਂ ਕਿ ਪਰਤਦਾਰ ਮੂਲ ਚਟਾਨ ਤੋਂ ਬਣੀ ਰੂਪਾਂਤਰੀ ਚਟਾਨ ਪਰਤਦਾਰ ਹੀ ਰਹੇਗੀ। ਅਗਨੀ ਚਟਾਨਾਂ ਤੋਂ ਬਣੀਆਂ ਰੂਪਾਂਤਰੀ ਚਟਾਨਾਂ ਦੇ ਵਿੱਚ ਅਗਨੀ ਚਟਾਨਾਂ ਵਾਲੇ ਗੁਣ ਹੁੰਦੇ ਹਨ। ਬੱਚਿਓ ਇਸ ਵੇਲੇ ਸਕਰੀਨ ਤੇ ਕੁਝ ਰੂਪਾਂਤਰੀ ਚਟਾਨਾਂ ਦੇ ਉਦਾਹਰਣ ਦਿਖਾਏ ਗਏ ਹਨ, ਜਿਸ ਤਰ੍ਹਾਂ ਕਿ ਮਾਰਬਲ ਹੈ, ਸਲੇਟ ਹੈ, ਕੁਆਰਟਜ਼ਾਈਟ ਹੈ। ਇਹ ਮੈਟਾਮੋਰਫਿਕ ਰੌਕਸ ਦੇ ਕੁਝ ਉਦਾਹਰਣ ਹਨ। ਹੁਣ ਬੱਚਿਓ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਹਾਸਲ ਕੀਤੀ ਹੋਵੇਗੀ ਅਤੇ ਕਾਫੀ ਲਾਭ ਉਠਾਇਆ ਹੋਵੇਗਾ, ਜੋ ਕਿ ਭਵਿੱਖ ਦੇ ਵਿੱਚ ਤੁਹਾਨੂੰ ਕੰਮ ਆਏਗਾ। ਤੁਹਾਡਾ